ਸਾਰੇ ਭੈਣ ਭਰਾਵਾਂ ਨੂੰ ਜੈ ਮਸੀਹ ਦੀ। ਅੱਜ ਦੇ ਦਿਨ ਦਾ ਮਨਨ ਕਰਨ ਤੋਂ ਪਹਿਲਾਂ ਅਸੀਂ ਪ੍ਰਾਰਥਨਾ ਵਿੱਚ ਜਾਵਾਂਗੇ। ਦਿਆਲੂ ਪ੍ਰਭੂ, ਤੂੰ ਸਾਨੂੰ ਆਪਣੇ ਸ਼ਬਦ ਦੀ ਪਰਿਕਰਮਾ ਪਿਛਲੇ ਕੱਲ ਤੋਂ ਸਿਖਾਉਂਦਾ ਆ ਰਿਹਾ ਹੈ। ਅੱਜ ਸਾਨੂੰ ਉਸ ਨੂੰ ਸਿੱਖਣ ਦੇ ਲਈ ਹੋਰ ਮਦਦ ਕਰ, ਜਿਸ ਦੇ ਨਾਲ ਅਸੀਂ ਤੇਰੇ ਇਸ ਸ਼ਬਦ ਦੀ ਸਮਰੱਥਾ ਨੂੰ ਸਮਝ ਕੇ ਤੇਰੀ ਭਗਤੀ ਕਰਦੇ ਹੋਏ ਤੇਰੇ ਰਾਜ ਵਿੱਚ ਪਾਏ ਜਾਈਏ। ਅਜਿਹਾ ਹੋਣ ਦੇ ਲਈ ਮਦਦ ਕਰ। ਸੁਣਨ ਵਾਲੇ ਅਤੇ ਬੋਲਣ ਵਾਲਿਆਂ ਨੂੰ ਦੋਨਾਂ ਨੂੰ ਆਪਣੀ ਤੌਫੀਕ ਦੇ ਕੇ ਇਸਤੇਮਾਲ ਕਰ, ਤਾਂ ਕਿ ਤੇਰਾ ਰਾਜ ਸਾਡੇ ਜੀਵਨ ਦੇ ਵਿੱਚ ਵਧੇ ਅਤੇ ਅਸੀਂ ਘਟੀਏ। ਅਜਿਹਾ ਹੋਣ ਦੇ ਲਈ ਮਦਦ ਕਰ। ਸਾਰਾ ਕੁਝ ਤੇਰੇ ਹੱਥਾਂ ਵਿੱਚ ਸੌਂਪਦੇ ਹੋਏ ਬੇਨਤੀ ਮਸੀਹ ਯਸੂ ਦੇ ਪਵਿੱਤਰ ਤੇ ਸਮਰਥੀ ਨਾਮ ਵਿੱਚ ਮੰਗਦੇ ਹਾਂ, ਆਮੀਨ। ਪਿਆਰੇ ਅਜ਼ੀਜ਼, ਪਿਛਲੇ ਕੱਲ ਅਸੀਂ ਸ਼ਬਦ ਕੀ ਹੈ ਦੇ ਉੱਤੇ ਚਰਚਾ ਕਰ ਰਹੇ ਸੀ ਔਰ ਉਸ ਦੇ ਵਿੱਚ ਅਸੀਂ ਯਹੋਨਾ 1 ਤੋਂ 3 ਤੱਕ ਦਾ ਸਬਜੈਕਟ ਲੈ ਕੇ ਅਸੀਂ ਚੱਲ ਰਹੇ ਸੀ ਤੇ ਉਸ ਦੇ ਵਿੱਚ ਅਸੀਂ ਇਬਰਾਨੀ ਲੋਕਾਂ ਦੇ ਅਤੇ ਯੂਨਾਨੀ ਲੋਕਾਂ ਦੇ ਵਿੱਚ ਸ਼ਬਦ ਦੇ ਬਾਰੇ ਕੀ ਕਿਹਾ ਗਿਆ, ਅਸੀਂ ਉਸ ਦੇ ਬਾਰੇ ਵੇਖਿਆ। ਜਦ ਕਿ ਉਹ ਸ਼ਬਦ ਨੂੰ ਤੋਰੇਤ ਦੇ ਵਿੱਚ ਪ੍ਰਗਟ ਕਰਦੇ ਆ ਤੇ ਉਹਦੀ ਸਮਰੱਥ ਨੂੰ ਵੀ ਪ੍ਰਗਟ ਕਰਦੇ ਹੋਏ ਅਸੀਂ ਇਸ ਦੇ ਵਿੱਚ ਦੇਖਦੇ ਹਾਂ, ਤਾਂ ਕਿ ਉਹ ਲੋਕ ਪਰਮੇਸ਼ਰ ਦੀ ਮਹਿਮਾ ਅਤੇ ਵਡਿਆਈ ਨੂੰ ਸਮਝ ਸਕਣ। ਔਰ ਅੱਜ ਮੈਂ ਯੂਨਾਨੀ ਲੋਕਾਂ ਦਾ ਕੀ ਵਿਚਾਰ ਹੈ ਉਸ ਦੇ ਉੱਤੇ ਚਰਚਾ ਕਰਕੇ ਫਿਰ ਅਸੀਂ ਯਹੋਨਾ ਦੇ ਇਸ ਵਾਕਿਆਤ ਨੂੰ ਸਮਝਣ ਦੀ ਕੋਸ਼ਿਸ਼ ਕਰਾਂਗੇ। ਯੂਨਾਨੀਆਂ ਦੀ ਜਿਹੜੀ ਇਸ ਸ਼ਬਦ ਦੇ ਉੱਤੇ ਮਾਨਤਾ ਜਾਂ ਵਚਨ ਜਾਂ ਲੋਗਾਸ ਸੀ, ਵਚਨ ਜਾਂ ਲੋਗਾਸ ਸੀ। ਲੋਗਾਸ ਸ਼ਬਦ ਦੇ ਦੋ ਅਰਥ ਹੈਗੇ ਨੇ, ਵਚਨ ਅਤੇ ਬੁੱਧੀ ਜਾਂ ਤਰਕ ਕਰਨ, ਜਿਸ ਨੂੰ ਕਹਿੰਦੇ ਆ ਰੀਜ਼ਨ। ਯਹੂਦੀ ਲੋਕ ਪਰਮੇਸ਼ਰ ਦੇ ਸਰਵ ਸ਼ਕਤੀਸ਼ਾਲੀ ਵਚਨ ਤੋਂ ਪਰਿਚਿਤ ਸੀ। ਉਤਪਤ 1:3 ਦੇ ਵਿੱਚ ਕਿਹਾ ਗਿਆ ਹੈ, ਪਰਮੇਸ਼ਰ ਨੇ ਕਿਹਾ ਉਜਾਲਾ ਹੋ ਤਾਂ ਉਜਾਲਾ ਹੋ ਗਿਆ। ਯੂਨਾਨੀ ਲੋਕ ਬੁੱਧ ਜਾਂ ਤਰਕ ਦੇ ਪੂਰਨਤਾ ਦੇ ਨਾਲ ਪਰਿਚਿਤ ਸੀ। ਯੂਨਾਨੀ ਮਨੁੱਖਾਂ ਨੇ ਵਿਸ਼ਵ ਦਾ ਉਹ ਰੂਪ ਜੋ ਸ਼ਬਦ ਦਾ ਸੀ ਦੇਖਿਆ ਅਤੇ ਦੇਖ ਕੇ ਕਿ ਇਸ ਵਿੱਚ ਹੋਰ ਮਹਾਨ ਅਤੇ ਭਰੋਸੇਦਾਰ ਵਿਵਸਥਾ ਹੈ। ਉਹ ਰਾਤ ਦਿਨ ਨਿਯਮਿਤ ਰੂਪ ਜੋ ਆਪਣੇ ਆਪ ਸਾਡੇ ਵਿੱਚ ਆ ਰਹੇ ਹੈ, ਇਹ ਸਭ ਪਰਮੇਸ਼ਰ ਦੇ ਸ਼ਬਦ ਦੀ ਸੰਰਚਨਾ ਨੂੰ ਉਹ ਸਮਝ ਰਹੇ ਸੀ। ਯੂਨਾਨੀ ਲੋਕਾਂ ਦਾ ਗਿਆਨ ਇੱਕ ਰਾਤ ਅਤੇ ਦਿਨ ਦੇ ਵਿੱਚ ਜੋ ਨਜ਼ਰ ਆ ਰਿਹਾ ਸੀ, ਉਹ ਪਰਮੇਸ਼ਰ ਦੀ ਸਮਰੱਥ ਨੂੰ ਉੱਥੇ ਸਮਝ ਰਹੇ ਸੀ। ਰਾਤ ਅਤੇ ਦਿਨ ਦੇ ਵਿੱਚ ਜੋ ਆਪਣਾ ਪ੍ਰਗਟ ਹੋ ਰਿਹਾ ਹੈ, ਉਹ ਪਰਮੇਸ਼ਰ ਦੀ ਬੁੱਧੀ ਦੀ ਸਮਰੱਥ ਨੂੰ ਸ਼ਬਦ ਸਮਝਦੇ ਸੀ। ਮਤਲਬ ਮੈਂ ਪਹਿਲਾਂ ਹੀ ਦੱਸ ਚੁੱਕਾ, ਯਹੂਦੀ ਚਿੰਨ੍ਹ ਵੇਖਦੇ ਸੀ ਅਤੇ ਯੂਨਾਨੀ ਗਿਆਨ ਨੂੰ ਭਾਲਦੇ ਸੀ। ਉਹ ਬੁੱਧ ਦੇ ਨਾਲ, ਜਿਹੜਾ ਬੁੱਧ ਹੈ ਉਹ ਪਰਮੇਸ਼ਰ ਦੇ ਸ਼ਬਦ ਨੂੰ ਉਚਾਰਨ ਕਰ ਰਹੇ ਸੀ। ਇਸ ਗੱਲ ਨੂੰ ਅਸੀਂ ਅੱਗੇ ਵੀ ਦੇਖਦੇ ਹਾਂ। ਸਾਰੀ ਪ੍ਰਾਕਿਰਤਿਕ ਵਿੱਚ ਅਪਰਿਵਰਤਨੀय ਨਿਯਮ ਹੈ। ਤਾਰੇ ਅਤੇ ਨਕਸ਼ਤਰ ਆਪਣੀ ਬੇਬਦਲ ਕਕਸ਼ਾ ਵਿੱਚ ਘੁੰਮਦੇ ਰਹਿੰਦੇ ਆ ਔਰ ਉਸ ਘੁੰਮਦੇ ਹੋਏ ਸਰਕਲ ਨੂੰ ਵੀ ਉਹ ਪਰਮੇਸ਼ਰ ਦੀ ਬੁੱਧ ਸਮਝਦੇ ਆ। ਬੁੱਧ ਮਤਲਬ ਪਰਮੇਸ਼ਰ ਦਾ ਸ਼ਬਦ। ਧਰਤੀ ਸਾਡੀ ਜਿਹੜੀ ਹੈ ਉਹ ਸੂਰਜ ਦੇ ਆਲੇ ਦੁਆਲੇ ਪਰਾਕਰਮ ਕਰਦੀ ਹੈ 24 ਘੰਟੇ ਦੇ ਵਿੱਚ, ਔਰ ਉਹਦੇ ਵਿੱਚ ਵੀ ਇੱਕ ਦੂਰੀ ਹੈ, ਜੋ ਉਹ ਸੂਰਜ ਦੇ ਨੇੜੇ ਚਲੀ ਜਾਵੇ ਤਾਂ ਖਤਮ ਹੋ ਸਕਦੀ ਹੈ, ਪਿਘਲ ਸਕਦੀ ਹੈ। ਉਹ ਉਨੇ ਦੂਰੀ ਦੇ ਵਿੱਚ ਉਹ ਉਸ ਦੇ ਵਿੱਚ 24 ਘੰਟੇ ਦਾ ਚੱਕਰ ਪੂਰਾ ਕਰ ਰਹੀ ਹੈ ਔਰ ਉਸ ਸਮੇਂ ਨੂੰ ਨਿਯੁਕਤ ਪਰਮੇਸ਼ਰ ਦੀ ਬੁੱਧੀ ਨੇ ਕੀਤਾ ਹੈ। ਇਹ ਯੂਨਾਨੀ ਲੋਕ ਸਮਝਦੇ ਸੀ ਬੁੱਧ ਦੇ ਨਾਲ। ਔਰ ਉਹਨਾਂ ਦੀ ਅਸੀਂ ਇੱਥੇ ਦੇਖਦੇ ਹਾਂ, ਯੂਨਾਨੀ ਜਿਹੜੇ ਸ਼ਾਸਤਰੀ ਸੀ, ਯੂਨਾਨੀ ਜਿਹੜੇ ਵਿਦਵਾਨ ਸੀ, ਯੂਨਾਨੀ ਜਿਹੜੇ ਦਾਰਸ਼ਨਿਕ ਸੀ, ਉਹਨਾਂ ਦਾ ਜਿਹੜਾ ਵਿਚਾਰ ਸੀ ਉਹ
ਉਸੇ ਵੇਲੇ ਉੱਤਰ ਦੇਣ ਦਾ ਹੁੰਦਾ ਸੀ ਕਿ ਪਰਮੇਸ਼ਰ ਦਾ ਵਚਨ, ਪਰਮੇਸ਼ਰ ਦਾ ਮਨ ਜੋ ਮਾਨਵ ਵਿੱਚ, ਮਨੁੱਖ ਵਿੱਚ ਨਿਵਾਸ ਕਰਦਾ ਹੈ, ਮਨੁੱਖ ਨੂੰ ਸੋਚਣ ਵਾਲਾ, ਤਰਕ ਕਰਨ ਵਾਲਾ ਪ੍ਰਾਣੀ ਬਣਾਉਂਦਾ ਹੈ। ਇਸ ਵਿਚਾਰ ਦੀ ਕੋਟੀ ਨੂੰ ਯਹੋਨਾ ਨੇ ਫੜ ਲਿਆ ਸੀ। ਇਸ ਵਿਚਾਰ ਦੀ ਸਿਖਰ ਜੋ ਉਸ ਦੀ ਰਚਨਾ ਇਹੋ ਜਿਹੀ ਰਚਨਾ ਸੀ ਜਿਸ ਦੇ ਵਿੱਚ ਮਨੁੱਖ ਨਹੀਂ ਸੀ ਜਾ ਸਕਦਾ, ਉਸਨੇ ਉਸ ਨੂੰ ਸਮਝ ਲਿਆ ਸੀ। ਉਹਨੇ ਕਿੱਥੇ ਸਮਝਿਆ ਸੀ? ਪ੍ਰਭੂ ਯਿਸੂ ਮਸੀਹ ਦੇ ਵਿੱਚ। ਯੂਨਾਨੀ ਤਰਕ ਦੇ ਵਿੱਚ ਇਹ ਗੱਲਾਂ ਆ ਰਹੀਆਂ ਔਰ ਯਹੋਨਾ ਦਾ ਇਹ ਗਿਆਨ ਯੂਨਾਨੀ ਅਤੇ ਯਹੂਦੀਆਂ ਦੇ ਉਸ ਪਰਮੇਸ਼ਰ ਪੁੱਤਰ ਦੇ ਗਿਆਨ ਦੇ ਨਾਲ ਪ੍ਰਗਟ ਹੋ ਰਿਹਾ। ਬੜਾ ਦਿਲਚਸਪ ਹੈ, ਬੜਾ ਗੰਭੀਰ ਹੈ। ਫਿਰ ਉਹ ਕੀ ਕਹਿੰਦਾ? ਇਹ ਪਰਮੇਸ਼ਰ ਦਾ ਮਨ ਮਨੁੱਖੀ ਯਿਸੂ ਵਿੱਚ ਇਸ ਧਰਤੀ ਉੱਤੇ ਆਇਆ। ਉਸ ਨੂੰ ਦੇਖੋ ਅਤੇ ਤੁਸੀਂ ਜਾਣੋਗੇ ਕਿ ਪਰਮੇਸ਼ਰ ਦਾ ਮਨ ਅਤੇ ਵਿਚਾਰ ਕੀ ਅਤੇ ਕਿਹੋ ਜਿਹਾ ਹੈ। ਯਹੋਨਾ ਨੇ ਇੱਕ ਨਵੇਂ ਵਿਚਾਰ ਦੀ ਕੋਟੀ ਨੂੰ ਖੋਜ ਕੱਢਿਆ। ਇਹ ਅਜਿਹੀ ਵਿਚਾਰ ਕਸੌਟੀ ਸੀ ਜਿਸ ਵਿੱਚ ਯਿਸੂ ਦਾ ਮਨੁੱਖੀ ਰੂਪ ਵਿੱਚ ਪ੍ਰਗਟ ਹੋਣਾ, ਈਸ਼ਵਰ ਨੂੰ ਪ੍ਰਗਟ ਕਰਨਾ, ਭਾਵ ਸ਼ਬਦ ਨੂੰ ਪ੍ਰਗਟ ਕਰਨਾ ਸੀ। ਇਹ ਯੂਨਾਨੀ ਵਿਚਾਰ ਸੀ ਇਨ ਗ੍ਰੀਕ। ਲੇਕਿਨ ਯਹੂਦੀ ਵਿਚਾਰਧਾਰਾ ਸ਼ਬਦ ਨੂੰ ਇਹੋ ਜਿਹਾ ਸ਼ਬਦ ਸਮਝਦੀ ਸੀ ਕਿ ਜਿਸ ਦੇ ਉਹ ਕੋਲ ਵੀ ਜਾਣਾ ਯੋਗ ਨਹੀਂ ਸੀ ਸਮਝਦੇ, ਉਹ ਵਿਚਾਰਧਾਰਾ। ਪਰ ਮੈਂ ਆਪ ਨੂੰ ਇਹ ਦੱਸ ਰਿਹਾ ਸੀ ਕਿ ਜਿਸ ਵਿਅਕਤੀ ਦੇ ਨਾਲ ਮੇਰੀ ਗੱਲਬਾਤ ਚੱਲ ਰਹੀ ਸੀ ਕਿ ਪਰਮੇਸ਼ਵਰ ਜਿਹੜਾ ਮਹਾਨ ਈਸ਼ਵਰ ਹੈ, ਉਹ ਸ਼ਬਦ ਮਨੁੱਖਾਂ ਦੇ ਉਹਨਾਂ ਸ਼ਬਦਾਂ ਦੇ ਨਾਲ ਨਹੀਂ ਜੋੜ ਸਕਦੇ ਜਿਨ੍ਹਾਂ ਦਾ ਚਰਿੱਤਰ ਅਪਵਿੱਤਰਤਾ ਦੇ ਵਿੱਚ ਹੈ। ਉਹ ਉਸ ਸ਼ਬਦ ਦੀ ਰਚਨਾ ਨਹੀਂ ਹੋ ਸਕਦੀ, ਉਹ ਸ਼ਬਦ ਨਹੀਂ ਹੋ ਸਕਦੇ। ਬਾਈਬਲ ਦੇ ਵਿੱਚ ਕੁਝ ਗੱਲਾਂ ਮੈਂ ਮਨੁੱਖੀ ਵਿਚਾਰਧਾਰਾ ਦੇ ਨਾਲ ਆਪ ਦੇ ਵਿੱਚ ਪ੍ਰਗਟ ਕਰਾਂਗਾ, ਜਿਸ ਦੇ ਨਾਲ ਆਪ ਇਸ ਗੱਲ ਨੂੰ ਸਮਝ ਸਕੋਗੇ ਕਿ ਸੱਚਮੁੱਚ ਪਰਮੇਸ਼ਵਰ ਜੋ ਸ੍ਰਿਸ਼ਟੀ ਕਰਤਾ ਹੈ, ਜੋ ਸਾਡੇ ਵਿੱਚ ਮਹਾਨ ਕੰਮ ਕਰਨ ਵਾਲਾ ਹੈ, ਉਹ ਸਾਡੇ ਵਿੱਚ ਕਿਸ ਤਰ੍ਹਾਂ ਕੰਮ ਕਰਦਾ ਹੈ। ਮੈਂ ਉਸ ਦੇ ਬਾਰੇ ਕੁਝ ਗੱਲਾਂ ਆਪ ਦੇ ਨਾਲ ਲੈ ਕੇ ਆਵਾਂਗਾ। ਪਰਮੇਸ਼ਵਰ ਨੂੰ ਸਮਝਣ ਦੇ ਲਈ ਸਾਨੂੰ ਪਰਮੇਸ਼ਵਰ ਦੇ ਗੁਣਾਂ ਦੇ ਕੋਲ ਜਾਣਾ ਜ਼ਰੂਰੀ ਹੈ। ਜੇ ਤੁਸੀਂ ਪਰਮੇਸ਼ਵਰ ਦੇ ਗੁਣ ਸਮਝਦੇ ਹੋ ਤਾਂ ਸੱਚਮੁੱਚ ਤੁਸੀਂ ਸਮਝ ਸਕਦੇ ਹੋ ਪਰਮੇਸ਼ਵਰ ਦਾ ਸ਼ਬਦ ਜੋ ਮਸੀਹ ਯਿਸੂ ਦੇ ਵਿੱਚ ਪ੍ਰਗਟ ਹੋਇਆ, ਉਹ ਮੇਰੇ ਅਤੇ ਆਪ ਦੇ ਲਈ ਮਹਾਨ ਹੈ। ਅਸੀਂ ਉਸ ਸ਼ਬਦ ਕੋਲ ਹਾਂ ਜਿਹੜਾ ਸਾਨੂੰ ਜੀਵਨ ਦਿੰਦਾ ਹੈ। ਅਸੀਂ ਉਸ ਸ਼ਬਦ ਕੋਲ ਹਾਂ ਜਿਹੜਾ ਸਾਨੂੰ ਪਿਆਰ ਕਰਨਾ ਸਿਖਾਉਂਦਾ ਹੈ। ਅਸੀਂ ਉਸ ਸ਼ਬਦ ਕੋਲ ਹਾਂ ਜਿਸ ਨੇ ਸਾਡੇ ਉੱਤੇ ਆਪਣੇ ਪਿਆਰ ਨੂੰ ਇਸ ਤਰ੍ਹਾਂ ਪ੍ਰਗਟ ਕੀਤਾ ਕਿ ਜਿਸ ਦੇ ਅਸੀਂ ਲਾਇਕ ਵੀ ਨਹੀਂ ਸੀ। ਅਸੀਂ ਉਸ ਸ਼ਬਦ ਨੂੰ ਪਰਮੇਸ਼ਵਰ ਦੀ ਸ਼ਾਂਤੀ ਯਿਸੂ ਮਸੀਹ ਵਿੱਚ ਵੇਖਿਆ। ਇਹ ਮੈਂ ਆਪ ਦੇ ਨਾਲ ਕੁਝ ਗੱਲਾਂ ਦੱਸਣ ਜਾ ਰਿਹਾ ਹਾਂ। ਜਿਹੜੇ ਇਸ ਗੱਲ ਦੇ ਵਿੱਚ ਸਿੱਖ ਰਹੇ, ਅਧਿਐਨ ਕਰ ਰਹੇ, ਉਹ ਇਸ ਗੱਲ ਨੂੰ ਨੋਟ ਕਰ ਲੈਣ। ਆਤਮਾ ਤੇ ਗੁਣ, ਪਰਮੇਸ਼ਰ ਪਿਤਾ ਦੇ ਗੁਣ ਅਤੇ ਪੁੱਤਰ ਦੇ ਗੁਣ, ਜਿਹਨੂੰ ਅਸੀਂ ਪਵਿੱਤਰ ਆਤਮਾ ਕਹਿੰਦੇ ਹਾਂ, ਉਹਨਾਂ ਦੇ ਇੱਕੋ ਆ। ਇਹਨਾਂ 'ਚ ਕੋਈ ਫਰਕ ਨਹੀਂ। ਲੇਕਿਨ ਜੋ ਪਰਮੇਸ਼ਰ ਹੈ ਉਸ ਦਾ ਪ੍ਰਗਟੀਕਰਨ, ਉਸ ਦਾ ਸ਼ਬਦ ਦਾ ਪ੍ਰਗਟੀਕਰਨ ਯਿਸੂ ਮਸੀਹ ਦੇ ਵਿੱਚ ਹੋਇਆ, ਉਹੀ ਗੁਣ ਉਹਦੇ ਵਿੱਚ ਪਾਇਆ ਗਿਆ ਔਰ ਉਹੀ ਗੁਣ ਪਵਿੱਤਰ ਆਤਮਾ ਅੱਜ ਮੇਰੇ ਅਤੇ ਆਪ ਦੇ ਵਿੱਚ ਪ੍ਰਗਟ ਕਰ ਰਿਹਾ ਹੈ, ਜਿਹੜੇ ਮਸੀਹ ਵਿੱਚ ਨਵਾਂ ਜਨਮ ਪਾ ਕੇ ਉਸ ਸ਼ਬਦ ਦੇ ਵਿੱਚ ਹੋ ਕੇ ਚੱਲ ਰਹੇ ਨੇ, ਤਾਂ ਕਿ ਉਹਨਾਂ ਦੇ ਵਿੱਚ ਮਸੀਹ ਦੀ ਪਛਾਣ ਪਰਮੇਸ਼ਰ ਜਿਹੀ ਹੋ ਸਕੇ। ਤਾਂ ਕਿ ਕੀ ਪਤਾ ਲੱਗੇ ਇਹ ਸਨ ਆਫ ਗॉड, ਇਹ ਪਰਮੇਸ਼ਰ ਦੀ ਸੰਤਾਨ ਮਸੀਹ ਯਿਸੂ ਦੇ ਵਿੱਚ। ਪਹਿਲੀ ਗੱਲ ਮੈਂ ਦੱਸਦਾ
जे नोट करना है तो कर सकते हो। पहली गल दसदा, अनंत जिहड़ा शब्द है बेअंत है, उन्होंने फड़ नहीं सकते, उसका कोई अंत नहीं, ना उसका शुरू है ना कोई अंत है। पर परमेश्वर कहना मैं शुरू भी हाँ ते अंत भी हाँ, अनंत। ਇਹਨੂੰ ਅਸੀਂ ਪੜ੍ਹ ਸਕਦੇ ਹਾਂ ਜਬੂਰਾਂ ਦੀ ਪੋਥੀ 90:2 ਵਿੱਚ। ਔਰ ਉਸ ਜਬੂਰਾਂ ਦੀ ਪੋਥੀ 90:2 ਦੇ ਵਿੱਚ ਉਸ ਸ਼ਬਦ ਦੀ ਸੰਰਚਨਾ ਨੂੰ ਕਿਸ ਤਰ੍ਹਾਂ ਜਬੂਰਕਾਰ ਪ੍ਰਗਟ ਕਰਦਾ ਹੈ, ਮੈਂ ਆਪ ਦੇ ਲਈ ਪੜ੍ਹ ਰਿਹਾ ਹਾਂ। 90:2 90:2 ਇੱਥੇ ਲਿਖਿਆ ਹੈ, ਉਸ ਤੋਂ ਪਹਿਲਾਂ ਕਿ ਪਹਾੜ ਉਤਪਨ ਹੋਏ ਅਤੇ ਧਰਤੀ ਅਤੇ ਜਗਤ ਨੂੰ ਤੂੰ ਰਚਿਆ, ਆਦ ਤੋਂ ਅੰਤ ਤੀਕਰ ਤੂੰ ਹੀ ਪਰਮੇਸ਼ਰ ਹੈ। ਇਹੋ ਗੱਲ ਪਰਮੇਸ਼ਰ ਪੁੱਤਰ ਦੇ ਬਾਰੇ ਜਿਹੜਾ ਸ਼ਬਦ ਨੂੰ ਪ੍ਰਗਟ ਕਰਦਾ ਉਹਦੇ ਬਾਰੇ ਕਹੀ ਗਈ। ਪ੍ਰਕਾਸ਼ ਦੀ ਪੋਥੀ 1:8 ਅਤੇ 17। ਜਦੋਂ ਅਸੀਂ ਪ੍ਰਕਾਸ਼ ਦੀ ਪੋਥੀ ਪੜ੍ਹਦੇ ਹਾਂ ਉਸ ਦਾ 1 ਅਤੇ ਉਸ ਦੀ 18 ਆਇਤ ਨੂੰ ਅਸੀਂ ਪੜ੍ਹ ਸਕਦੇ ਹਾਂ। ਪ੍ਰਕਾਸ਼ ਦੀ ਪੋਥੀ 1 ਦਾ ਇੱਥੇ ਲਿਖਿਆ ਹੈ 1:8 ਵਿੱਚ ਕਹਿੰਦਾ ਹੈ, ਮੈਂ ਅਲਫਾ ਅਤੇ ਓਮੇਗਾ ਹਾਂ। ਇਹ ਆਖਣਾ ਪ੍ਰਭੂ ਪਰਮੇਸ਼ਰ ਦਾ ਹੈ, ਅਰਥਾਤ ਉਹ ਜਿਹੜਾ ਹੈ ਅਤੇ ਜਿਹੜਾ ਹੈ ਸੀ ਅਤੇ ਜਿਹੜਾ ਆਉਣ ਵਾਲਾ ਹੈ, ਜੋ ਸਰਬ ਸ਼ਕਤੀਮਾਨ ਹੈ। ਔਰ ਪਵਿੱਤਰ ਆਤਮਾ ਦੇ ਬਾਰੇ ਕੀ ਕਹਿੰਦਾ ਹੈ? ਇਬਰਾਨੀਆਂ 9:14 ਦੇ ਵਿੱਚ ਮੈਂ ਆਪ ਦੇ ਲਈ ਪੜ੍ਹ ਰਿਹਾ। ਇਬਰਾਨੀਆਂ 9:14 ਵਿੱਚ ਇੱਥੇ ਕੀ ਕਹਿੰਦਾ ਹੈ? 9:14 ਦੇ ਵਿੱਚ ਕਹਿੰਦਾ ਹੈ, ਤਾਂ ਕਿੰਨਾ ਹੀ ਵਧੇਕ ਮਸੀਹ ਦਾ ਲਹੂ, ਜਿਹਨੇ ਸਦੀਪਕ ਆਤਮਾ ਦੇ ਰਾਹੀਂ, ਸਦੀਪਕ ਹਮੇਸ਼ਾ ਹਮੇਸ਼ਾ ਕਦੀ ਨਾ ਮਿਟਣ ਵਾਲਾ, ਅਮਰ, ਉਸ ਦੇ ਬਾਰੇ ਉਹ ਗੱਲ ਕਰਦਾ ਹੈ। ਔਰ ਕਹਿੰਦਾ ਹੈ ਸਦੀਪਕ ਆਤਮਾ ਦੇ ਰਾਹੀਂ ਆਪਣੇ ਆਪ ਨੂੰ ਦੋਸ਼ ਰਹਿਤ ਪਰਮੇਸ਼ਰ ਦੇ ਅੱਗੇ ਚੜਾਇਆ, ਤੁਹਾਡੇ ਅੰਤःਕਰਣ ਅਤੇ ਮੁਰਦਿਆਂ ਕੰਮਾਂ ਤੋਂ ਸ਼ੁੱਧ ਕਰੇਗਾ ਕਿ ਤੁਸੀਂ ਜਿਉਂਦੇ ਪਰਮੇਸ਼ਰ ਦੀ ਉਪਾਸਨਾ ਕਰ ਸਕੋ। ਗੁਣ ਤਿੰਨਾਂ ਦੇ ਇੱਕੋ ਹੀ ਆ ਰਹੇ ਆ। ਇਹਦਾ ਮਤਲਬ ਤ੍ਰਿਏਕਤਾ ਪਰਮੇਸ਼ਰ ਉਹ ਸ਼ਬਦ ਦੀ ਰਚਨਾ ਹੈ। ਉਹ ਸ਼ਬਦ ਦੇ ਬਾਰੇ ਯੋਹੰਨਾ ਇੱਥੇ ਕਹਿੰਦਾ, ਆਦਿ ਵਿੱਚ ਸ਼ਬਦ ਸੀ ਅਤੇ ਸ਼ਬਦ ਪਰਮੇਸ਼ਰ ਹੈ ਸੀ, ਅਤੇ ਇਹ ਸ਼ਬਦ ਪਰਮੇਸ਼ਰ ਹੈ ਸੀ। ਇਹ ਟ੍ਰਿਐਨਿਟੀ, ਇਹਦਾ ਮਤਲਬ ਆਦਿ ਵਿੱਚ ਸ਼ਬਦ ਸੀ, ਪਰਮੇਸ਼ਰ ਸੀ, ਔਰ ਇਹ ਸ਼ਬਦ ਪਰਮੇਸ਼ਰ ਦੇ ਸੰਗ ਸੀ। ਕੌਣ ਸੀ? ਯਿਸੂ ਮਸੀਹ। ਅਤੇ ਉੱਥੇ ਲਿਖਿਆ ਹੈ ਸੰਗ ਸੀ ਅਤੇ ਸ਼ਬਦ ਪਰਮੇਸ਼ਰ ਸੀ। ਪਵਿੱਤਰ ਆਤਮਾ ਹੀ ਸ਼ਬਦ ਹੈ। ਇਹਨੂੰ ਸਮਝਣਾ ਹੈ। ਜਦ ਤੱਕ ਅਸੀਂ ਇਹ ਨਹੀਂ ਸਮਝ ਸਕਾਂਗੇ ਤਾਂ ਸਾਨੂੰ ਪੂਰੀ ਬਾਈਬਲ ਸਮਝ ਨਹੀਂ ਆਏਗੀ, ਸਾਨੂੰ ਪਰਮੇਸ਼ਰ ਦੀ ਰਚਨਾ ਸਮਝ ਨਹੀਂ ਆਏਗੀ, ਸਾਨੂੰ ਪਰਮੇਸ਼ਰ ਦਾ ਕੰਮ ਸਮਝ ਨਹੀਂ ਆਏਗਾ, ਸਾਨੂੰ ਪਾਪ ਦੇ ਬਾਰੇ ਕੋਈ ਪਤਾ ਨਹੀਂ ਲੱਗੇਗਾ, ਅਸੀਂ ਪਾਪ ਦੇ ਬਾਰੇ ਜਾਣ ਨਹੀਂ ਸਕਦੇ। ਬਹੁਤੇ ਲੋਕ ਕੀ ਕਹਿੰਦੇ ਆ, ਜੇ ਤੁਸੀਂ ਚੰਗੇ ਕੰਮ ਕਰੋਗੇ ਤਾਂ ਬਚ ਜਾਓਗੇ। ਬਾਈਬਲ ਦੇ ਵਿੱਚ ਲਿਖਿਆ ਹੈ ਤੁਹਾਡੇ ਕੰਮ ਪਰਮੇਸ਼ਰ ਦੇ ਅੱਗੇ ਮੈਲੇ ਚਿੱਥੜੇ ਕੱਪੜਿਆਂ ਦੇ ਸਮਾਨ ਹੈ। ਚੋਰੀ ਚਾਹੇ 1 ਪੈਸੇ ਦੀ ਹੈ, ਚੋਰੀ ਚਾਹੇ ਲੱਖਾਂ ਦੀ ਹੈ ਚੋਰੀ ਹੈ। ਪਰਮੇਸ਼ਰ ਆਪਣੇ ਵਚਨ ਦੇ ਵਿੱਚ ਸਾਫ਼ ਰੀਤੀ ਨਾਲ ਮਨੁੱਖਤਾਈ ਨੂੰ ਦੱਸਦਾ ਹੈ ਕਿ ਮਨੁੱਖ ਸ਼ਬਦ ਨਹੀਂ, ਮਨੁੱਖ ਸ਼ਬਦ ਨਹੀਂ ਦੇ ਸਕਦਾ, ਕਿਉਂਕਿ ਸ਼ਬਦ ਆਪਣੇ ਆਪ ਦੇ ਵਿੱਚ ਅਲੌਕਿਕ ਸ਼ਕਤੀ ਹੈ। ਮਨੁੱਖ ਕਿਸ ਤਰ੍ਹਾਂ ਸ਼ਬਦ ਦੇ ਸਕਦਾ ਹੈ? ਸ਼ਬਦ ਨੇ ਮਨੁੱਖ ਨੂੰ ਜੀਵਨ ਦਿੱਤਾ ਹੈ, ਨਾ ਕਿ ਮਨੁੱਖ ਨੇ ਸ਼ਬਦ ਬਣ ਕੇ ਪਰਮੇਸ਼ਰ ਨੂੰ ਦੇਖਿਆ। ਇਹ ਗਲਤ ਸੋਚ ਹੈ ਔਰ ਗਲਤ ਵਿਚਾਰ ਹੈ। ਗਲਤ ਵਿਚਾਰਧਾਰਾ ਸਾਡੇ ਵਿੱਚ ਥੋਪੀ ਜਾ ਰਹੀ ਹੈ। ਇਸ ਲਈ ਇਸ ਨੂੰ ਸਮਝਣ ਦੇ ਲਈ ਸਾਨੂੰ ਪਰਮੇਸ਼ਰ ਦੇ ਗੁਣਾਂ ਨੂੰ ਸਮਝਣਾ। ਦੂਸਰਾ ਹੈ ਸਰਵ ਸ਼ਕਤੀਮਾਨ, ਦੂਸਰਾ ਹੈ
ਸਰਵ ਸ਼ਕਤੀਮਾਨ। ਸਰਵ ਸ਼ਕਤੀਮਾਨ ਦੇ ਲਈ ਪਹਿਲਾ ਪਤਰਸ 1:5 ਅਸੀਂ ਦੇਖ ਸਕਦੇ ਹਾਂ। 1:5 ਪਹਿਲਾ ਪਤਰਸ 1:5 ਇੱਥੇ ਮੈਂ ਆਪ ਦੇ ਲਈ ਪੜ੍ਹ ਰਿਹਾ ਹਾਂ। 1:5 ਦੇ ਵਿੱਚ ਕਹਿੰਦਾ ਹੈ, ਜਿਹੜਾ ਨੇਚਾ ਦੇ ਰਾਹੀਂ ਪਰਮੇਸ਼ਰ ਦੀ ਸਮਰੱਥਾ ਨਾਲ ਉਸ ਮੁਕਤੀ ਨੂੰ ਪ੍ਰਾਪਤ ਹੋਣ ਦੇ ਲਈ ਅੰਤ ਦੇ ਸਮੇਂ ਪ੍ਰਗਟ ਹੋਣ ਵਾਲੀ ਹੈ, ਬਚਾਏ ਰਹਿੰਦੇ ਹੋ। ਪਰਮੇਸ਼ਰ ਦੀ ਸਮਰੱਥ, ਸਰਵ ਸ਼ਕਤੀਮਾਨ। ਫਿਰ ਅੱਗੇ ਕਹਿੰਦਾ ਹੈ, ਦੂਸਰਾ ਕਰੰਥੀਆਂ ਦੇ 12:9 ਵਿੱਚ ਪਰਮੇਸ਼ਰ ਦੀ ਸਮਰੱਥ ਨੂੰ ਪੌਲਸ ਰਸੂਲ ਪ੍ਰਗਟ ਕਰਦਾ ਹੈ। ਮੈਂ ਉਹ ਵੀ ਆਪ ਦੇ ਲਈ ਪੜ੍ਹ ਰਿਹਾ। ਪਹਿਲਾ ਕਰੰਥੀਆਂ ਦੂਸਰਾ ਕਰੰਥੀਆਂ 12:9। ਦੂਸਰਾ ਕਰੰਥੀਆਂ ਜਿੱਥੇ ਪੌਲਸ ਨੂੰ ਕੰਡਾ ਚੁੱਭਿਆ ਹੈ ਤਾਂ ਕਹਿੰਦਾ ਹੈ, ਅਤੇ ਉਸ ਨੇ ਮੈਨੂੰ ਆਖਿਆ, ਭਾਈ ਮੇਰੀ ਕਿਰਪਾ ਹੀ ਤੇਰੇ ਲਈ ਬਥੇਰੀ ਹੈ, ਕਿਉਂ ਜੋ ਮੇਰੀ ਸਮਰੱਥਾ ਨਿਰਵਲਤਾਈ ਵਿੱਚ ਪੂਰੀ ਹੁੰਦੀ ਹੈ। ਮੇਰੀ ਸਮਰੱਥਾ, ਇਹਦਾ ਮਤਲਬ ਸਰਵ ਸ਼ਕਤੀਮਾਨ ਪਰਮੇਸ਼ਰ ਯਿਸੂ ਪੌਲਸ ਨੂੰ ਕਹਿ ਰਿਹਾ, ਮੇਰੀ ਸਮਰੱਥਾ ਤੇਰੀ ਕਮਜ਼ੋਰੀ ਵਿੱਚ ਪੂਰੀ ਹੁੰਦੀ ਹੈ। ਇਸ ਲਈ ਮੈਂ ਆਪਣੀਆਂ ਨਿਰਵਲਤਾਈਆਂ ਉੱਤੇ ਅਤ ਆਨੰਦ ਅਤੇ ਵਿਮਾਨ ਕਰਾਂਗਾ, ਤਾਂ ਜੋ ਮਸੀਹ ਦੀ ਸਮਰੱਥਾ ਮੇਰੇ ਉੱਤੇ ਛਾਇਆ ਕਰੇ। ਮਸੀਹ ਦੀ ਸਮਰੱਥਾ, ਮਸੀਹ ਜੋ ਸਰਵ ਸ਼ਕਤੀਮਾਨ ਆ, ਉਹਦੀ ਤਾਕਤ। ਫਿਰ ਅੱਗੇ ਅਸੀਂ ਪਵਿੱਤਰ ਆਤਮਾ ਦੀ ਦੇਖਦੇ ਹਾਂ, ਜਿਸ ਦੇ ਬਾਰੇ ਆਪਣਾ ਰੋਮੀਆਂ 15:19 ਦੇ ਵਿੱਚ ਵਿਚਾਰ ਪਵਿੱਤਰ ਆਤਮਾ ਦਾ ਪ੍ਰਗਟ ਕੀਤਾ ਗਿਆ ਹੈ। ਮੈਂ ਉਹ ਵੀ ਆਪ ਦੇ ਲਈ ਪੜ੍ਹ ਰਿਹਾ ਹਾਂ। ਰੋਮੀਆਂ 15:19 ਇੱਥੇ ਲਿਖਿਆ ਹੈ। 15:19 ਦੇ ਵਿੱਚ ਕਹਿੰਦਾ, ਨਿਸ਼ਾਨੀਆਂ ਅਤੇ ਕਰਾਮਾਤਾਂ ਦੀ ਸ਼ਕਤੀ ਨਾਲ ਅਤੇ ਪਵਿੱਤਰ ਆਤਮਾ ਦੀ ਸਮਰੱਥਾ ਨਾਲ ਮੇਰੇ ਹੱਥੀ ਕੀਤੇ ਹਨ, ਇੱਥੋਂ ਤੋੜੀ ਜੋ ਮੈਂ ਯਰੂਸ਼ਲਮ ਤੋਂ ਲੈ ਕੇ 4 ਚਫੇਰੇ ਇਕਲੂਨ ਤੀਕ ਮਸੀਹ ਦੀ ਖੁਸ਼ਖਬਰੀ ਦਾ ਪੂਰਾ ਪ੍ਰਚਾਰ ਕੀਤਾ। ਕਿੱਦਾਂ ਲਿਖਿਆ? ਪਵਿੱਤਰ ਆਤਮਾ ਦੀ ਸਮਰੱਥ ਦੇ ਨਾਲ। ਕਿਉਂਕਿ ਅਸੀਂ ਰਸੂਲਾਂ ਦੇ ਕਿਤਾਬ ਜਦੋਂ 1:8 ਪੜ੍ਹਦੇ ਹਾਂ, ਜਾਂ ਪਵਿੱਤਰ ਆਤਮਾ ਤੁਹਾਡੇ ਉੱਤੇ ਆਵੇਗਾ ਤਾਂ ਤੁਸੀਂ ਸਮਰੱਥ ਪਾਓਗੇ। ਪੌਲਸ ਗਲਤ ਨਹੀਂ ਕਹਿ ਰਿਹਾ, ਸਹੀ ਕਹਿ ਰਿਹਾ। ਇਹਦਾ ਮਤਲਬ ਪਿਤਾ ਸਰਵ ਸ਼ਕਤੀਮਾਨ ਹੈ, ਪ੍ਰਭੂ ਯਿਸੂ ਮਸੀਹ ਸਰਵ ਸ਼ਕਤੀਮਾਨ ਹੈ, ਪਵਿੱਤਰ ਆਤਮਾ ਸਰਵ ਸ਼ਕਤੀਮਾਨ ਹੈ। ਇਸ ਨੂੰ ਸਮਝਣਾ ਹੈ। ਇਹ ਮਨੁੱਖਾਂ ਦੇ ਗੁਣ ਨਹੀਂ ਹੈ। ਕੋਈ ਮਨੁੱਖ ਇਸ ਗੁਣ ਦੇ ਯੋਗ ਨਹੀਂ ਹੈ। ਕੇਵਲ ਪਰਮੇਸ਼ਰ, ਜਿਹੜਾ ਸ਼ਬਦ, ਉਸ ਸ਼ਬਦ ਦੀ ਪਛਾਣ ਦੇ ਵਿੱਚ ਮੈਂ ਗੁਣ ਦੱਸ ਰਿਹਾ ਹਾਂ। ਉਸ ਤੋਂ ਬਾਅਦ ਹੈ ਸਰਵ ਗਿਆਨੀ। ਤੀਸਰਾ ਗੁਣ ਜੋ ਮੈਂ ਦੱਸ ਰਿਹਾ, ਸਰਵ ਗਿਆਨੀ। ਸਰਵ ਗਿਆਨੀ ਜਰਮਾਇਆ ਜਦੋਂ ਅਸੀਂ 17:10 ਪੜ੍ਹਦੇ ਹਾਂ ਤਾਂ ਉਸ ਵਿੱਚ ਉਹ ਦੱਸਦਾ ਹੈ ਪਰਮੇਸ਼ਵਰ ਦਾ ਗਿਆਨ। ਮੈਂ ਉਹ ਵੀ ਆਪ ਦੇ ਲਈ ਪੜ੍ਹ ਰਿਹਾ ਹਾਂ। ਜਰਮਾਇਆ 17:10 ਇੱਥੇ ਲਿਖਿਆ ਹੈ, ਮੈਂ ਯਹੋਵਾ ਦਿਲਾਂ ਨੂੰ ਚਾਹੁੰਦਾ ਹਾਂ। ਇਹਦਾ ਮਤਲਬ ਗਿਆਨੀ ਹੀ ਜੋ ਸਕਦਾ ਹੈ, ਗਿਆਨੀ ਖੋਜ ਕਰ ਸਕਦਾ ਹੈ, ਕੋਈ ਹੋਰ ਨਹੀਂ। ਇਸ ਨੂੰ ਸਮਝਣਾ ਹੈ। ਪਰਮੇਸ਼ਰ ਗਿਆਨੀ ਹੈ, ਅਸੀਂ ਗਿਆਨੀ, ਪਰ ਉਹ ਸਾਨੂੰ ਗਿਆਨ ਦਿੰਦਾ ਹੈ। ਜੇ ਗਿਆਨੀ ਹੈ ਤਾਂ ਗਿਆਨ ਦਿੰਦਾ ਹੈ। ਮਨੁੱਖ ਕਿਸੇ ਨੂੰ ਕੀ ਗਿਆਨ ਦੇਵੇਗਾ? ਮਨੁੱਖ ਮਰ ਜਾਂਦਾ ਹੈ, ਲੁਪਤ ਹੋ ਜਾਂਦਾ ਹੈ, ਉਹਦਾ ਗਿਆਨ ਤਾਂ ਖਤਮ ਹੈ। ਲੇਕਿਨ ਪਰਮੇਸ਼ਰ ਦਾ ਗਿਆਨ ਸਦਾ ਸਦਾ ਅਟਲ ਹੈ, ਸਦਾ ਸਦਾ ਅਟਲ ਹੈ। ਉਹ ਕਦੇ ਟਲਦਾ ਨਹੀਂ। ਪਰਮੇਸ਼ਰ ਸਰਵ ਗਿਆਨੀ ਹੈ। ਇਸ ਕਰਕੇ ਉਹ ਕਹਿੰਦਾ ਹੈ 10 ਦੇ ਵਿੱਚ, ਮੈਂ ਯਹੋਵਾ ਦਿਲਾਂ ਨੂੰ ਚਾਹੁੰਦਾ ਅਤੇ ਗੁਰਦਿਆਂ ਨੂੰ ਪਰਤਾਉਂਦਾ ਹਾਂ, ਹਰ ਮਨੁੱਖ ਨੂੰ ਉਸਦੇ ਚਾਲ ਚਲਣ ਅਨੁਸਾਰ ਅਤੇ ਉਹਦੇ ਕੰਮਾਂ ਦੇ ਫਲਾਂ ਅਨੁਸਾਰ ਬਦਲਾ ਦਿੰਦਾ ਹਾਂ। ਔਰ ਉਸ ਤੋਂ ਉਪਰੰਤ ਪੁੱਤਰ ਦੇ ਬਾਰੇ ਲਿਖਿਆ ਪ੍ਰਕਾਸ਼ਿਤ ਵਾਕਿਆ 2 ਅਧਿਆਏ ਉਸ ਦੀ 23 ਆਇਤ ਦੇ ਵਿੱਚ ਮੈਂ ਆਪ ਦੇ ਲਈ ਪੜ੍ਹ ਰਿਹਾ। 2 ਅਧਿਆਏ ਉਸ ਦੀ 23 ਆਇਤ ਦੇ ਵਿੱਚ ਇਸ ਤਰ੍ਹਾਂ ਲਿਖਿਆ ਹੈ, ਅਤੇ ਮੈਂ ਉਹਦੇ ਬਾਲਕਾਂ ਨੂੰ ਮਾਰ ਸੁੱਟਾਂਗਾ ਅਤੇ ਸਾਰੀਆਂ ਕਲੀਸਿਆਵਾਂ ਜਾਣ ਲੈਣਗੀਆਂ ਜੋ ਗੁਰਦਿਆਂ ਅਤੇ ਹਿਰਦਿਆਂ ਦਾ ਜਾਂਚਣ ਵਾਲਾ ਮੈਂ ਹੀ ਹਾਂ। ਗੁਰਦਿਆਂ ਅਤੇ ਹਿਰਦਿਆਂ ਦਾ ਜਾਂਚਣ ਵਾਲਾ, ਸਰਵ ਗਿਆਨੀ। ਹਜੇ ਤੁਸੀਂ ਸੋਚਦੇ ਹੀ ਹੋਵੋਗੇ, ਹਜੇ ਤੁਹਾਡੇ ਮਨ ਦੇ ਵਿੱਚ ਵਿਚਾਰ ਹੀ ਆਵੇਗਾ, ਕਹਿੰਦਾ ਮੈਂ ਜਾਣ ਲੈਂਦਾ। ਇਹਦਾ ਮਤਲਬ ਸਰਵ ਗਿਆਨੀ ਉਹ ਹੈ ਸ਼ਬਦ।
ਜਿਹੜਾ ਮੇਰੇ ਜੀਵਨ ਦੇ ਵਿੱਚ ਹੋਣ ਤੋਂ ਪਹਿਲਾਂ ਹੀ ਜਾਣ ਲੈਂਦਾ ਹੈ। ਪੌਲਸ ਰਸੂਲ ਕੀ ਕਹਿੰਦਾ ਹੈ? ਕਹਿੰਦਾ ਜਗਤ ਦੀ ਉਤਪਤੀ ਤੋਂ ਪਹਿਲਾਂ। ਇਹਦਾ ਮਤਲਬ ਕਿੰਨਾ ਵੱਡਾ ਪਰਮੇਸ਼ਰ ਦਾ ਗਿਆਨ ਹੈ। ਸ੍ਰਿਸ਼ਟੀ ਦੀ ਰਚਨਾ ਤੋਂ ਪਹਿਲਾਂ ਮੈਨੂੰ ਚੁਣ ਲਿਆ। ਵੰਡਰਫੁਲ ਗॉड, ਅਦਭੁਤ ਪਰਮੇਸ਼ਰ। ਉਹਦਾ ਗਿਆਨ ਸੀਮਤ ਗਿਆਨ ਨਹੀਂ ਹੈ। ਮਨੁੱਖ ਦਾ ਗਿਆਨ ਸੀਮਤ ਹੈ। ਮਨੁੱਖ ਦੇ ਗਿਆਨ ਦੇ ਵਿੱਚ ਵਿਰਾਮ 'ਚ ਨਾ ਜਾਂਦਾ ਹੈ, ਪਰ ਪਰਮੇਸ਼ਰ ਦੇ ਨਹੀਂ। ਇਸ ਲਈ ਉਸ ਸ਼ਬਦ ਦੇ ਵਿੱਚ ਸਰਵ ਗਿਆਨੀ ਗੁਣ ਹੈ। ਪਹਿਲਾ ਗੁਣ ਉਸ ਸ਼ਬਦ ਦੇ ਵਿੱਚ ਅਸੀਂ ਦੇਖਦੇ ਅਨੰਤਤਾ ਦਾ, ਦੂਸਰਾ ਦੇਖਦੇ ਸਰਵ ਸ਼ਕਤੀਮਾਨ, ਤੀਸਰਾ ਦੇਖਦੇ ਸਰਵਾ ਗਿਆਨੀ। ਪਹਿਲਾ ਕੁਰਿੰਥੀਆਂ 2:11 ਦੇ ਵਿੱਚ ਇਹਦਾ ਮਤਲਬ ਪਵਿੱਤਰ ਆਤਮਾ ਵੀ ਸਰਵਾ ਗਿਆਨੀ ਹੈ। ਪਹਿਲਾ ਕੁਰਿੰਥੀਆਂ 2:11 ਵੀ ਮੈਂ ਆਪ ਦੇ ਲਈ ਪੜ੍ਹ ਰਿਹਾ ਹਾਂ। ਇੱਥੇ ਲਿਖਿਆ ਹੈ ਪਹਿਲਾ ਕੁਰਿੰਥੀਆਂ 2:11 ਦੇ ਵਿੱਚ ਕਹਿੰਦਾ ਹੈ, ਮਨੁੱਖ ਦੇ ਆਤਮਾ ਤੋਂ ਬਿਨਾਂ ਜੋ ਉਹਦੇ ਅੰਦਰ ਹੈ, ਮਨੁੱਖ ਦੇ ਵਿੱਚ ਮਨੁੱਖ ਦੀਆਂ ਗੱਲਾਂ ਕੌਣ ਜਾਣ ਸਕਦਾ ਹੈ? ਕੌਣ ਜਾਣਦਾ ਹੈ? ਇਸ ਪ੍ਰਕਾਰ ਪਰਮੇਸ਼ਰ ਦੇ ਆਤਮਾ ਤੋਂ ਬਿਨਾਂ ਪਰਮੇਸ਼ਰ ਦੀਆਂ ਗੱਲਾਂ ਨੂੰ ਕੋਈ ਨਹੀਂ ਜਾਣ ਸਕਦਾ। ਇਹਦਾ ਮਤਲਬ ਮਨੁੱਖ ਪਰਮੇਸ਼ਰ ਦੀਆਂ ਗੱਲਾਂ ਨੂੰ ਨਹੀਂ ਜਾਣ ਸਕਦਾ। ਪਰਮੇਸ਼ਰ ਪ੍ਰਗਟ ਕਰੇ ਤਾਂ ਜਾਣ ਸਕਦਾ, ਉਹ ਵੀ ਪਵਿੱਤਰਤਾ ਦੇ। ਇਹ ਸਮਝਣਾ ਜ਼ਰੂਰੀ ਹੈ ਪਿਆਰੋ। ਜਦ ਤੱਕ ਅਸੀਂ ਇਹ ਚੀਜ਼ ਨਹੀਂ ਸਮਝ ਸਕਦੇ, ਤਦ ਤੱਕ ਮੈਂ ਸ਼ਬਦ ਦੇ ਵਿੱਚ ਅਧੂਰਾ ਹਾਂ। ਤੀਸਰਾ ਗੁਣ ਜੋ ਸ਼ਬਦ ਦੇ ਵਿੱਚ ਆਉਂਦਾ ਹੈ ਪਰਮੇਸ਼ਰ ਦੇ, ਉਹ ਅਸੀਂ ਦੇਖਦੇ ਹਾਂ ਸਰਵ ਵਿਆਪੀ। ਮਤਲਬ ਹਰ ਇੱਕ ਸਥਾਨ ਦੇ ਵਿੱਚ ਸਰਵ ਵਿਆਪੀ ਪਰਮੇਸ਼ਰ ਹੈ। ਯਰਮਾਇਆ 23:24 ਦੇ ਵਿੱਚ ਇਹ ਚੀਜ਼ ਪ੍ਰਗਟ ਕੀਤੀ ਗਈ ਹੈ। ਯਰਮਾਇਆ 23:24 ਮੈਂ ਆਪ ਦੇ ਲਈ ਪੜ੍ਹ ਰਿਹਾ ਹਾਂ। 23:24 ਦੇ ਵਿੱਚ ਲਿਖਿਆ ਹੈ, ਕਹਿੰਦਾ ਕਿ ਕੋਈ ਮਨੁੱਖ ਆਪਣੇ ਆਪ ਨੂੰ ਪਰਦੇ ਵਿੱਚ ਲੁਕਾ ਲਵੇਗਾ ਕਿ ਮੈਂ ਉਹਨੂੰ ਨਾ ਵੇਖਾਂ। ਯਹੋਵਾ ਦਾ ਵਾਕ ਹੈ ਕਿ ਆਕਾਸ਼ ਅਤੇ ਧਰਤੀ ਮੇਰੇ ਨਾਲ ਨਹੀਂ ਭਰੇ ਹੋਏ। ਯਹੋਵਾ ਦਾ ਵਾਕ ਹੈ। ਦਾਊਦ ਵੀ ਕਹਿੰਦਾ ਹੈ, ਪਰਮੇਸ਼ਰ ਤੇਰੇ ਤੋਂ ਭੱਜ ਕੇ ਮੈਂ ਕਿੱਥੇ ਜਾਵਾਂ? ਆਕਾਸ਼ਾਂ ਤੋਂ ਪਾਰ ਜਾਵਾਂ ਤਾਂ ਵੀ ਤੂੰ ਉੱਥੇ ਹੈ। ਪਤਾਲ ਦੇ ਥੱਲੇ ਚਲਾ ਜਾਵਾਂ ਉਹ ਤਾਂ ਵੀ ਤੂੰ ਉੱਥੇ ਹੈ। ਸਮੁੰਦਰ ਦੀ ਤਹਿ ਵਿੱਚ ਚਲਾ ਜਾਵਾਂ ਤਾਂ ਵੀ ਉੱਥੇ ਹੈ। ਕਹਿੰਦਾ ਹੈ ਤੇਰੇ ਤੋਂ ਭੱਜ ਕੇ ਪਰਮੇਸ਼ਰ ਕਿੱਥੇ ਜਾਵੇ? ਇਹਦਾ ਮਤਲਬ ਉਹ ਸਰਵ ਵਿਆਪੀ ਹੈ, ਉਹਦੇ ਤੋਂ ਅਸੀਂ ਛੁਪ ਨਹੀਂ ਸਕਦੇ। ਇਹ ਕੋਈ ਮਨੁੱਖੀ ਗਿਆਨ ਨਹੀਂ ਹੈ, ਇਹ ਮਨੁੱਖੀ ਸ਼ਬਦ ਨਹੀਂ ਹੈ, ਇਹ ਪਰਮੇਸ਼ਰ ਦਾ ਸ਼ਬਦ ਹੈ। ਉਹਦੇ ਸ਼ਬਦ ਦੀ ਪਛਾਣ ਅਨੰਤਤਾ ਹੈ। ਉਹਦੇ ਸ਼ਬਦ ਦੀ ਪਛਾਣ ਸਰਵ ਸ਼ਕਤੀਮਾਨ ਹੈ। ਉਹਦੇ ਸ਼ਬਦ ਦੀ ਪਛਾਣ ਸਰਵ ਵਿਆਪੀ ਹੈ। ਉਹਦੇ ਸ਼ਬਦ ਦੀ ਪਛਾਣ ਸਰਵਾ ਗਿਆਨੀ ਹੈ। ਔਰ ਮਤੀ 18:20 ਦੇ ਵਿੱਚ ਕਹਿੰਦਾ ਹੈ, ਕੀ ਕਹਿੰਦਾ ਹੈ? ਬੜਾ ਜਾਣਿਆ ਪਛਾਣਿਆ ਖੰਡ ਹੈ। ਕਹਿੰਦਾ ਜਿੱਥੇ 2 ਜਾਂ 3 ਮੇਰੇ ਨਾਂ ਦੇ ਵਿੱਚ ਇਕੱਠੇ ਹੋਣਗੇ ਉੱਥੇ ਮੈਂ ਉਹਨਾਂ ਦੇ ਵਿਚਕਾਰ। ਇਹਦਾ ਮਤਲਬ ਇਹ ਨਹੀਂ ਵੇ ਜਿੱਥੇ ਮਰਜ਼ੀ ਤੁਸੀਂ ਇਕੱਠੇ ਹੋ ਜਾਓ ਉੱਥੇ ਪਰਮੇਸ਼ਰ ਤੁਹਾਡੇ ਵਿਚਕਾਰ ਹੋਵੇਗਾ। ਸਰਵ ਵਿਆਪੀ ਪਵਿੱਤਰ ਆਤਮਾ ਦੇ ਵਿਖੇ ਕਹਿੰਦਾ ਹੈ ਜ਼ਬੂਰ 139:7। ਇਹ ਬੜਾ ਖੰਡ ਜਾਣਿਆ ਹੈ ਜਿੱਥੇ ਭਜਨਕਾਰ ਪਰਮੇਸ਼ਰ ਦੀ ਮਨੁੱਖੀ ਸੰਰਚਨਾ ਦੇ ਜੀਵਨ ਦੇ ਕਾਰਜ ਨੂੰ ਪ੍ਰਗਟ ਕਰਦਾ ਹੈ। 139:7 ਮੈਂ ਆਪ ਦੇ ਲਈ ਪੜ੍ਹ ਰਿਹਾ ਹਾਂ। ਮੈਂ ਤੇਰੇ ਆਤਮਾ ਤੋਂ ਕਿੱਧਰ ਜਾਵਾਂ ਅਤੇ ਤੇਰੀ ਹਜ਼ੂਰੀ ਤੋਂ ਕਿੱਥੇ ਨੱਠਾਂ? ਤੂੰ ਸਭ ਜਗ੍ਹਾ ਹੈ, ਦਾਊਦ ਕਹਿੰਦਾ। ਇਸ ਲਈ ਅਸੀਂ ਪਰਮੇਸ਼ਰ ਦੇ ਗਿਆਨ ਦੇ ਖੱਡ ਦੇ ਕੋਲ ਅਸੀਂ ਨਹੀਂ ਪਹੁੰਚਿਆ, ਬਲਕਿ ਪਰਮੇਸ਼ਰ ਨੇ ਆਪਣਾ ਗਿਆਨ ਆਪਣੇ ਪੁੱਤਰ ਪ੍ਰਭੂ ਯਿਸੂ ਮਸੀਹ ਦੇ ਰਾਹੀਂ ਪਵਿੱਤਰ ਆਤਮਾ ਵਿੱਚ ਮੈਨੂੰ ਦਿੱਤਾ ਹੈ ਕਿ ਮੈਂ ਉਸ ਸ਼ਬਦ ਨੂੰ ਪਛਾਣਾ। ਪਹਿਲਾਂ ਮੈਂ ਵੀ ਸਾਰਾ ਕੁਝ ਏਦਾਂ ਹੀ ਸਮਝਦਾ ਸੀ ਜਿੱਦਾਂ ਬਾਕੀ ਲੋਕ ਸਮਝਦੇ ਸੀ। ਮੈਂ ਵੀ ਆਪਣੇ ਘਰ ਦੇ ਵਿੱਚ ਜਗ੍ਹਾ ਬਣਾ ਕੇ ਰੱਖੀ ਹੋਈ ਸੀ ਔਰ ਉਹਦੇ ਵਿੱਚ ਮੈਂ ਉਹਦੀ ਉਪਾਸਨਾ ਕਰਦਾ ਸੀ।
ਤੁਸੀਂ ਅਗਰ ਜਿਹੜੇ ਪੰਜਾਬੀ ਲੋਕ ਆ ਉਹਨਾਂ ਨੂੰ ਪਤਾ ਹੈ, ਬੰਨਿਆਂ ਦੇ ਉੱਤੇ ਉਹਨਾਂ ਨੇ ਛੋਟੇ ਛੋਟੇ ਗੁਰਦੁਆਰੇ ਟਾਈਪ ਟੈਂਪਲ ਬਣਾਏ ਹੁੰਦੇ ਆ। ਅਸੀਂ ਬਣਾ ਕੇ ਰੱਖੇ ਸੀ, ਔਰ ਜਦੋਂ ਅਸੀਂ ਖੇਤ ਦੇ ਵਿੱਚ ਵੜਨਾ ਤਾਂ ਉੱਥੇ ਪਹਿਲਾਂ ਅਸੀਂ ਮੱਥਾ ਟੇਕਣਾ। ਪਰ ਅਸੀਂ ਸਮਝਦੇ ਨਹੀਂ ਸੀ ਕਿ ਸ਼ਬਦ ਦੀ ਸੰਰਚਨਾ ਕੀ ਹੈ। ਅਸੀਂ ਉਸ ਨੂੰ ਹੀ ਜੋ ਪੱਥਰ ਹੈ, ਜੋ ਮਿੱਟੀ ਦੇ ਨਾਲ ਲੱਗਿਆ ਹੋਇਆ ਹੈ, ਬਣਿਆ ਹੋਇਆ ਹੈ, ਆਪਣੇ ਹੱਥਾਂ ਦੇ ਨਾਲ ਬਣਾਇਆ ਹੋਇਆ ਹੈ, ਅਸੀਂ ਉਸੇ ਸ਼ਬਦ ਨੂੰ ਪਵਿੱਤਰ ਸਮਝ ਬੈਠੇ ਸੀ। ਡੈਟ ਇਜ਼ ਰੋਂਗ। ਇਹ ਮੇਰੀ ਥਿੰਕ ਗਲਤ ਹੈ। ਬਾਈਬਲ ਦੇ ਵਿੱਚ ਦਾਊਦ ਕਹਿੰਦਾ ਹੈ, ਦਾਊਦ ਨੂੰ ਪਰਮੇਸ਼ਰ ਕਹਿੰਦਾ ਹੈ ਕਿ ਹੁਣ ਪਰਮੇਸ਼ਰ ਮਨੁੱਖ ਦੇ ਬਣਾਏ ਹੋਏ ਘਰਾਂ ਦੇ ਵਿੱਚ ਰਹੇਗਾ। ਤੂੰ ਪਰਮੇਸ਼ਰ ਨੂੰ ਕਿਹੋ ਜਿਹਾ ਸਮਝਦਾ? ਉੱਥੇ ਉਹ ਪਰਮੇਸ਼ਰ ਉਸ ਨੂੰ ਦਾਊਦ ਨੂੰ ਕਹਿੰਦਾ ਹੈ, ਆਕਾਸ਼ ਮੇਰਾ ਸਿਆਸਨ, ਧਰਤੀ ਮੇਰੇ ਪੈਰਾਂ ਦੀ ਚੌਕੀ, ਤੂੰ ਮੇਰੇ ਲਈ ਕਿਹੋ ਜਿਹਾ ਘਰ ਬਣਾਏਗਾ? ਅਸੀਂ ਨਹੀਂ ਬਣਾ ਸਕਦੇ ਹਾਂ। ਪਰਮੇਸ਼ਰ ਬੇਅੰਤ ਹੈ, ਇਸ ਲਈ ਉਹ ਕਹਿੰਦਾ ਉਹ ਸਰਵ ਵਿਆਪੀ ਹੈ। ਪਵਿੱਤਰ ਆਤਮਾ ਸਰਵ ਵਿਆਪੀ ਹੈ। ਪਵਿੱਤਰਤਾ ਪੰਜਵਾਂ ਗੁਣ ਹੈ ਪਵਿੱਤਰਤਾ ਸ਼ਬਦ ਦਾ। ਪਹਿਲਾ ਅਨੰਤਤਾ, ਦੂਸਰਾ ਸਰਵ ਸ਼ਕਤੀਮਾਨ, ਤੀਸਰਾ ਸਰਵ ਗਿਆਨੀ, ਚੌਥਾ ਸਰਵ ਵਿਆਪੀ, ਪੰਜਵਾਂ ਹੈ ਪਵਿੱਤਰਤਾ। ਪਰਮੇਸ਼ਵਰ ਦਾ ਜਿਹੜਾ ਪੰਜਵਾਂ ਗੁਣ ਹੈ ਪਵਿੱਤਰਤਾ। ਔਰ ਇਸ ਪਵਿੱਤਰਤਾ ਦੇ ਵਿੱਚ ਪ੍ਰਕਾਸ਼ ਦੀ ਪੋਥੀ, ਜਦੋਂ ਅਸੀਂ ਉਸ ਦਾ 15 ਅਧਿਆਇ ਉਸ ਦੀ 4 ਆਇਤ ਪੜ੍ਹਦੇ ਹਾਂ ਤਾਂ ਉਸ ਵਿੱਚ ਇਸ ਦਾ ਗੁਣ ਲਿਖਿਆ ਹੈ ਪਵਿੱਤਰਤਾ। ਕਿਹੜਾ? ਪਰਮੇਸ਼ਵਰ ਦੇ ਪਵਿੱਤਰਤਾ ਦਾ ਆਚਰਣ, ਸ਼ਬਦ ਦਾ ਜੋ ਰਚਨਾ ਦਾ ਪ੍ਰਗਟ ਕੀਤਾ ਗਿਆ, ਉਹ ਮੈਂ ਆਪ ਦੇ ਲਈ ਪੜ੍ਹ ਰਿਹਾ। 15 ਦਾ 4 ਦੇ ਵਿੱਚ ਲਿਖਿਆ ਹੈ, ਹੇ ਪ੍ਰਭੂ, ਕੌਣ ਤੇਥੋਂ ਨਾ ਡਰੇਗਾ ਅਤੇ ਤੇਰੇ ਨਾਮ ਦੀ ਮਹਿਮਾ ਨਾ ਕਰੇਗਾ? ਤੂੰ ਹੀ ਤਾਂ ਇਕੱਲਾ ਪਵਿੱਤਰ ਹੈ। ਇਹਦਾ ਮਤਲਬ ਇਕੱਲਾ ਪਰਮੇਸ਼ਰ ਹੀ ਪਵਿੱਤਰ ਹੈ, ਕੋਈ ਮਨੁੱਖ। ਤਦੇ ਤਾਂ ਰੋਮੀਆਂ ਦੇ ਵਿੱਚ ਲਿਖਿਆ ਹੈ 3:23 ਦੇ ਵਿੱਚ, ਕੋਈ ਪਵਿੱਤਰ ਨਹੀਂ, ਇੱਕ ਵੀ ਪਵਿੱਤਰ ਨਹੀਂ, ਸਭ ਪਰਮੇਸ਼ਰ ਦੇ ਪ੍ਰਤਾਪ ਤੋਂ ਰਹਿ ਗਏ ਆ। ਇੱਕੋ ਪਵਿੱਤਰ ਹੈ, ਉਹ ਹੈ ਪ੍ਰਭੂ ਯਿਸੂ ਮਸੀਹ, ਉਹ ਹੈ ਪਰਮੇਸ਼ਰ, ਉਹ ਹੈ ਪਵਿੱਤਰ ਆਤਮਾ, ਜੋ ਤ੍ਰਿਏਕਤਵ ਦਾ ਇੱਕ ਗੁਣ ਪ੍ਰਗਟ ਕਰਦੇ ਹੈ। ਫਿਰ ਉਹ ਕਹਿੰਦਾ ਹੈ, ਸੋ ਸਾਰੀਆਂ ਕੌਮਾਂ ਆਉਣਗੀਆਂ ਅਤੇ ਤੇਰੇ ਅੱਗੇ ਮੱਥਾ ਟੇਕਣਗੀਆਂ, ਇਸ ਲਈ ਜੋ ਤੇਰੇ ਨਾਮ ਦੇ ਕੰਮ ਪ੍ਰਗਟ ਹੋ ਗਏ ਹਨ। ਮੈਂ ਜਲਦੀ ਨਾਲ ਰਸੂਲਾਂ ਦੇ ਕਰਤੱਵ 3 ਦਾ 14 ਵੀ ਪੜਾਂਗਾ, ਜਿਸ ਦੇ ਵਿੱਚ ਪਰਮੇਸ਼ਵਰ ਦੀ ਪਵਿੱਤਰਤਾ ਦਾ ਚਿੰਨ੍ਹ ਦੱਸਿਆ ਗਿਆ ਹੈ। 3 ਦੀ 14 ਰਸੂਲਾਂ ਦੇ ਕਰਤੱਵ ਇੱਥੇ ਲਿਖਿਆ ਹੈ, ਕਹਿੰਦਾ ਹੈ, ਪਰ ਤੁਸਾਂ ਉਸ ਪਵਿੱਤਰ ਔਰ ਧਰਮੀ ਨੂੰ ਇਨਕਾਰ ਕੀਤਾ ਅਤੇ ਚਾਹਿਆ ਭਾਈ ਇੱਕ ਖੂਨੀ ਤੁਹਾਡੇ ਲਈ ਛੁਡਾਇਆ ਜਾਵੇ। ਉਸ ਪਵਿੱਤਰ ਨੂੰ ਇੱਥੇ ਲਿਖਿਆ ਹੈ ਪਵਿੱਤਰ ਔਰ ਧਰਮੀ ਨੂੰ। ਇਹਦਾ ਮਤਲਬ ਪਰਮੇਸ਼ਰ ਧਰਮੀ ਹੈ, ਪਰਮੇਸ਼ਰ ਪੁੱਤਰ ਪਵਿੱਤਰ ਹੈ, ਔਰ ਪਰਮੇਸ਼ਰ ਪਵਿੱਤਰ ਹੈ, ਪਵਿੱਤਰ ਆਤਮਾ ਪਵਿੱਤਰ ਹੈ। ਲੂਕਾ 1:15 ਦੇ ਵਿੱਚ ਮੈਂ ਆਪ ਦੇ ਲਈ ਪੜ੍ਹ ਰਿਹਾ। ਲੂਕਾ 1:15 ਦੇ ਵਿੱਚ ਇੱਥੇ ਲਿਖਿਆ ਹੈ, ਲੂਕਾ 1:15 ਦੇ ਵਿੱਚ ਕਹਿੰਦਾ ਹੈ, ਕਿਉਂਕਿ ਉਹ ਪ੍ਰਭੂ ਦੇ ਸਨਮੁਖ ਵੱਡਾ ਹੋਵੇਗਾ ਅਤੇ ਨਾ ਮੈਂ ਅਤੇ ਨਾ ਮਤ ਪੀਵੇਗਾ, ਸੋ ਤੂੰ ਆਪਣੀ ਮਾਤਾ ਦੇ ਕੁੱਖੋਂ ਹੀ ਪਵਿੱਤਰ ਆਤਮਾ ਨਾਲ ਭਰ ਜਾਏਗਾ। ਪਵਿੱਤਰ ਆਤਮਾ ਪਵਿੱਤਰਤਾ ਦੇ ਵਿੱਚ ਹੈ, ਉਹ ਪਵਿੱਤਰਤਾ ਦੇ ਵਿੱਚ ਰੱਖਿਆ। ਪਿਆਰੋ, ਅਸੀਂ ਹੁਣ ਤੱਕ 5 ਗੁਣ ਦੇਖੇ ਹੈ ਸ਼ਬਦ ਦੀ ਪਵਿੱਤਰਤਾ ਦੇ। ਇਹ ਪਛਾਣ ਦਿੰਦੇ ਹੈ, ਇਹ ਮਨੁੱਖਤਾ ਦੀ ਪਛਾਣ ਨਹੀਂ ਦੇ ਰਹੇ, ਇਹ ਮਨੁੱਖਤਾ ਦੇ ਕਿਸੇ ਵੀ ਪੈਗੰਬਰ ਪੀਰ ਦੀ ਪਛਾਣ ਨਹੀਂ ਦੇ ਰਹੇ, ਇਹ ਕੇਵਲ ਸਿਰਫ ਪਰਮੇਸ਼ਰ ਦੀ ਪਛਾਣ ਦੇ ਰਹੇ ਹਾਂ। ਜੇ ਅਸੀਂ ਪਰਮੇਸ਼ਰ ਨੂੰ ਪਛਾਣਨਾ ਹੈ ਤਾਂ ਇਹਨਾਂ ਸ਼ਬਦਾਂ ਨਾਲ। ਇਹਦਾ ਮਤਲਬ ਸ਼ਬਦ ਅਨੰਤ ਹੈ, ਸ਼ਬਦ ਸਰਵ ਸ਼ਕਤੀਮਾਨ ਹੈ, ਸਰਵ ਗਿਆਨੀ ਹੈ ਸ਼ਬਦ, ਸਰਵ ਵਿਆਪੀ ਹੈ ਸ਼ਬਦ, ਪਵਿੱਤਰਤਾ ਹੈ ਸ਼ਬਦ। ਬਾਕੀ ਮੈਂ ਕੱਲ ਫੇਰ ਆਪ ਦੇ ਨਾਲ ਇਸੇ ਸ਼ਬਦ ਦੀ ਰਚਨਾ ਦੇ ਉੱਤੇ ਅਸੀਂ ਸ਼ਬਦ ਦੀ ਪਛਾਣ ਵਿੱਚ ਵਧਦੇ ਜਾਣਾ ਹੈ। ਕੋਈ ਸਾਨੂੰ ਇਸ ਸ਼ਬਦ ਦੇ
ਗਲਤ ਗਿਆਨ ਦੇ ਨਾਲ ਸਾਡੇ ਵਿਸ਼ਵਾਸ ਦਾ ਅਹੇਰ ਨਾ ਕਰ ਲਵੇ। ਇਸ ਲਈ ਮੈਂ ਇਸ ਦਾ ਅਧਿਐਨ ਆਪ ਨੂੰ ਦੇ ਰਿਹਾ। ਪ੍ਰਭੂ ਆਪ ਨੂੰ ਆਸ਼ੀਸ਼ ਦੇਵੇ। ਅਸੀਂ ਕੱਲ ਫੇਰ ਇਸ ਸ਼ਬਦ ਦੀ ਸੰਰਚਨਾ ਦੇ ਵਿੱਚ ਆਪ ਦੇ ਨਾਲ ਰੂਬਰੂ ਹੋਵਾਂਗੇ। ਪ੍ਰਭੂ ਤਦ ਤੱਕ ਆਪ ਨੂੰ ਆਸ਼ੀਸ਼ ਦੇਵੇ ਅਤੇ ਆਪਣੀ ਸਮਝ ਦੇ ਨਾਲ ਇਸ ਨੂੰ ਸਮਝਣ ਦੇ ਲਈ ਬਲ ਦੇਵੇ। ਜੈ ਮਸੀਹ ਦੀ।